ਤਾਂ ਤੈਨੂੰ ਸੰਗਤ ਦੇ ਜਿਹੜਾ ਮੈਨੇ ਦਿੱਤਾ ਤੈਨੂੰ ਉਸ 'ਤੇ ਵਿਸ਼ਵਾਸ ਨਹੀਂ ਕਿ ਸੰਗਤ ਨੂੰ ਹੁਣ ਸੰਗਤ ਗਲਤ ਹੋ ਗਈ ਤਾਂ ਸੰਗਤ ਗਲਤ ਹੋ ਗਈ ਸੀ ਆ ਸੰਗਤ ਠੀਕ ਹੋ ਗਈ ਜਦ ਇਹਨੂੰ ਲੋੜ ਹੋਏਗੀ ਤਾਂ ਸੰਗਤ ਠੀਕ ਹੋ ਜਾਏਗੀ ਜਦ ਇਹਨੂੰ ਲੋੜ ਹੋਏਗੀ ਸੰਗਤ ਖਰਾਬ ਦਲਦਲ ਕਦੀ ਵੀ ਕੌਮ ਦਾ ਨਹੀਂ ਹੋ ਸਕਦਾ ਕਦੀ ਵੀ ਕਿਸੇ ਦਾ ਨਹੀਂ ਹੋ ਸਕਦਾ ਇਹ ਕਿਸੇ ਦਾ ਕੌਮ ਦਾ ਕੀ ਕਿਸੇ ਦਾ ਵੀ ਨਹੀਂ ਹੋ ਸਕਦਾ ਕਿਉਂਕਿ ਇਹਨਾਂ ਨੂੰ ਸਿਰਫ ਕੁਰਸੀ ਨਾਲ ਪਿਆਰ ਹੈ ਕੁਰਸੀ ਹੋਏਗੀ ਤੇ ਤੁਹਾਡਾ ਪੇਪਰ ਦੇ ਵਿੱਚ ਗੁਰਮੁਖੀ ਦੇ ਪੇਪਰ ਦੇ ਵਿੱਚ ਫੇਲ ਹੋਏ ਹੈ ਉਹਨਾਂ ਦੇ ਵਿੱਚੋਂ 100 ਵਿੱਚੋਂ 3 ਨੰਬਰ ਨੇ ਤੇ ਉਸ ਤੋਂ ਬਾਅਦ ਵੀ ਮੈਂ ਸਮਝਦਾ ਕਿ ਅਕਾਲੀ ਦਲ ਬਾਦਲ ਦੇ ਕੋਲ ਕੋਈ ਐਸਾ ਚਿਹਰਾ ਨਹੀਂ ਹੈ ਕਿ ਉਹ ਪ੍ਰਧਾਨ ਬਣਾ ਸਕੇ ਐਸੇ ਕਰਪਟ ਇਨਸਾਨ ਨੂੰ ਹਟਾ ਕੇ ਕਰੇਗਾ ਫਿਰ ਸ਼੍ਰੋਮਣੀ ਕਮੇਟੀ ਕਹਿੰਦੀ ਹੈ ਜੀ ਅਸੀਂ ਰਾਗੀ ਢਾਡੀ ਨਹੀਂ ਭੇਜ ਰਹੇ ਅਸੀਂ ਪ੍ਰਧਾਨ ਭੇਜ ਰਹੇ ਹਾਂ ਪ੍ਰਧਾਨ ਅਗਰ ਪ੍ਰਚਾਰਕ ਦੇ ਤੌਰ ਤੇ ਕੰਮ ਕਰੇਗਾ ਤਾਂ ਹੀ ਜਿਹੜੀ ਕੌਮ ਦੀ ਚੜ੍ਹਦੀ ਕਲਾ ਹੋਏਗੀ ਅਗਰ ਇੱਕ ਪ੍ਰਧਾਨ ਕੁਰਸੀ ਤੇ ਬੈਠ ਕੇ ਐਮਐਲਏ ਦੇ ਲਈ ਕੰਮ ਕਰੇਗਾ ਆਪਣੇ ਜਿਹੜੇ ਕੀ ਕਹਿੰਦੇ ਨੇ ਕੌਂਸਲਰ ਲਈ ਕੰਮ ਕਰੇਗਾ ਐਮਐਲਏ ਟਿਕਟਾਂ ਲੈਣ ਵਾਸਤੇ ਕੰਮ ਕਰੇਗਾ ਤੇ ਉਹ ਕਦੀ ਕੌਮ ਦਾ ਪ੍ਰਚਾਰ ਨਹੀਂ ਕਰੇਗਾ ਸਿਰਫ ਤੇ ਸਿਰਫ ਇਲੈਕਸ਼ਨਾਂ ਕਰਕੇ ਸੇਵਾ ਹਰ ਕਿਸੇ ਨੇ ਕੀਤੀ ਹੈ ਉੱਥੇ ਕਿਸਾਨਾਂ ਦੀ ਸੇਵਾ ਹਰ ਕਿਸੇ ਨੇ ਕੀਤੀ ਹੈ ਹਰ ਜਥੇਬੰਦੀ ਨੇ ਉੱਥੇ ਸੇਵਾ ਕੀਤੀ ਹੈ ਖਾਲਸਾ ਏਡ ਵਾਲੇ ਸੀਗੇ ਯੂਨਾਈਟਿਡ ਸਿੱਖ ਮਿਸ਼ਨ ਵਾਲੇ ਸੀਗੇ ਹੇਮਕੁੰਡ ਫਾਊਂਡੇਸ਼ਨ ਵਾਲੇ ਸੀਗੇ ਹੋਰ ਅਸੀਂ ਵੀ ਉਸ 'ਤੇ ਸਟਾਲ ਲਾਇਆ ਪਰ ਐਜ਼ ਅ ਸੇਵਾ ਦੇ ਤੌਰ 'ਤੇ ਰੌਲਾ ਨਹੀਂ ਪਾਇਆ ਸੇਵਾ ਕੁਰਸੀ ਦੇ ਬਗੈਰ ਵੀ ਹੋ ਸਕਦੀ ਹੈ ਲੇਕਿਨ ਸਿਰਸਾ ਸਾਹਿਬ ਦੀ ਜਿਹੜੀ ਪਰਿਭਾਸ਼ਾ ਹੋਏਗੀ ਕੁਰਸੀ ਹੋਏਗੀ ਤੇ ਸੇਵਾ ਹੋਏਗੀ ਕੁਰਸੀ ਨਹੀਂ ਹੋਏਗੀ ਤੇ ਮੈਂ ਸੇਵਾ ਨਹੀਂ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿੰਘ ਨਿਊਜ਼ ਚੈਨਲ 'ਚ ਦੇਖਣ ਵਾਲੀ ਸੰਗਤਾਂ ਦਾ ਸਵਾਗਤ ਹੈ ਤੁਹਾਡਾ ਦਾਸ ਗੁਰਪ੍ਰੀਤ ਸਿੰਘ ਸਾਡੇ ਨਾਲ ਮੌਜੂਦ ਹੈਗੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜਸਪ੍ਰੀਤ ਸਿੰਘ ਜੀ ਤਾਂ ਇਹਨਾਂ ਦਾ ਚੈਨਲ ਦੇ ਬਾਰੇ ਸਵਾਗਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਾਂ ਵੀਰ ਜੀ ਯੂਥ ਹੁੰਦੇ ਹੋਏ ਮੇਰਾ ਇੱਕ ਕੁਐਸਚਨ ਹੈਗਾ ਤੁਹਾਡੇ ਤੋਂ ਕਿ ਜਿੱਦਾਂ ਤੁਸੀਂ ਦੇਖ ਰਹੇ ਹੋ ਦਿੱਲੀ ਇਲੈਕਸ਼ਨ ਹੋਏ ਰਿਜ਼ਲਟ ਆਏ ਹੋਏ 2 ਮਹੀਨੇ ਤੋਂ ਉੱਤੇ ਹੋ ਗਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ 27 ਸੀਟਾਂ ਆ ਚੁੱਕੀਆਂ ਹੈ ਪਰ ਹਲੇ ਤੱਕ ਉਹਨਾਂ ਦੀ ਪਾਰਟੀ ਕੋਈ ਅੱਗੇ ਆ ਕੇ ਪਾਰਟੀ ਬਣਾਉਣ ਦੀ ਕੋਸ਼ਿਸ਼ ਨਹੀਂ ਕਰਦੀ ਦੇਖੋ ਜੀ ਸੱਤਾ 'ਚ ਭਾਵੇਂ ਉਹਨਾਂ ਦੀ ਸੀਟਾਂ ਆ ਗਈਆਂ ਪਰ ਉਹਨਾਂ ਦਾ ਜਿਹੜਾ ਅੱਜ ਜਿਹਨੂੰ ਉਹਨਾਂ ਪ੍ਰਧਾਨ ਬਣਾਉਣਾ ਸੀਗਾ ਜਿਹੜਾ ਸੀਗਾ ਕਰਪਟ ਇਨਸਾਨ ਮਨਿੰਦਰ ਸਿੰਘ ਸਿਰਸਾ ਉਹ 600 ਵੋਟਾਂ ਨਾਲ ਹਾਰ ਜਾਂਦਾ ਹੈ ਉਸ ਤੋਂ ਬਾਅਦ ਸੰਗਤ ਨੂੰ ਉਹਨੂੰ ਮੈਂਡੇਟ ਦੇ ਦਿੰਦੀ ਹੈ ਪਰ ਉਹ ਸੰਗਤ ਨੂੰ ਜਿਹੜਾ ਸੰਗਤ ਦਾ ਫੈਸਲਾ ਹੈ ਉਹ ਬਿਲਕੁਲ ਹੀ ਨਕਾਰ ਦਿੰਦਾ ਹੈ ਉਹ ਨਕਾਰ ਕੇ ਟੇਢੇ ਰਸਤੇ ਦੇ ਨਾਲ ਜਾਂ ਕਹਿ ਲਓ ਬੈਕ ਡੋਰ ਤੋਂ ਦਿੱਲੀ ਕਮੇਟੀ ਵੜ ਕੇ ਪ੍ਰਧਾਨ ਬਣਨ ਦੀ ਕੋਸ਼ਿਸ਼ ਕਰਦਾ ਇਹ ਸਵਾਲ ਤੁਸੀਂ ਇੱਕ ਵਾਰੀ ਜਾ ਕੇ ਬਾਦਲ ਪਾਰਟੀ ਤੋਂ ਜ਼ਰੂਰ ਪੁੱਛਣਾ ਕਿ ਉਹ ਕਿਉਂ ਨਹੀਂ ਦਿੱਲੀ ਕਮੇਟੀ ਦੀ ਜਿਹੜੀ ਬਣਤ ਆ ਉਹ ਬਣਨ ਦੇ ਰਹੇ ਕਿਉਂ ਨਹੀਂ ਹਾਊਸ ਬਣਨ ਦੇ ਰਹੇ ਕਿਉਂ ਕੀ ਐਸੀ ਮਜਬੂਰੀਆਂ ਹੈ ਕਿ ਇਹਨਾਂ ਨੂੰ ਜਿਹੜਾ ਮਨਿੰਦਰ ਸਿੰਘ ਸਿਰਸਾ ਜਿਹਦੇ ਤੋਂ ਕਰੋੜਾਂ ਰੁਪਏ ਖਰਚ ਚੁੱਕੇ ਹੈ ਅੱਜ ਕਰੋੜਾਂ ਰੁਪਏ ਖਰਚ ਚੁੱਕੇ ਆ ਕੋਟਾ ਦੇ ਅੰਦਰ ਇਹਨੂੰ ਬਚਾਉਣ ਵਾਸਤੇ ਪਰ ਅੱਜ ਤੱਕ ਬਚ ਨਹੀਂ ਪਾਇਆ ਕੀ ਮਜਬੂਰੀਆਂ ਕਿ ਕਰੋੜਾਂ ਰੁਪਏ ਖਰਚਣੇ ਪੈ ਗਏ ਐਸੇ ਬੰਦੇ ਨੂੰ ਬਚਾਉਣ ਵਾਸਤੇ ਕਿ ਜਿਹੜਾ ਕਰਪਟ ਹੈ ਜਿਹਦੇ ਉੱਤੇ ਗੋਲੋਚੋਰ ਦੀ FIR ਹੈਗੀ ਹੈ ਜਿਹਦੇ ਉੱਤੇ LOC ਤੱਕ ਹੈਗੀ ਹੈ ਬਹੁਤ ਵੀ ਤੁਸੀਂ ਪਿੱਛੇ ਦੇਖਿਆ ਕਿਵੇਂ ਉਹਨੇ ਆਪਣੇ ਮੈਂਬਰਾਂ ਕੋਲੋਂ ਜੁੱਤੀਆਂ ਵੀ ਪਵਾਈਆਂ ਡਾਇਰੈਕਟਰ ਨੂੰ ਐਸੇ ਬੰਦੇ ਨੂੰ ਬਚਾਉਣ ਦੀ ਇਹ ਐਸੇ ਬੰਦੇ ਨੂੰ ਪ੍ਰਧਾਨ ਬਣਾਉਣ ਦੀ ਕੀ ਮਜਬੂਰੀ ਹੈ ਜਿਹਦੇ ਕਰਕੇ ਅੱਜ ਕੌਮ ਦਾ ਨੁਕਸਾਨ ਹੋ ਰਿਹਾ ਦਿੱਲੀ ਕਮੇਟੀ ਦਾ ਨੁਕਸਾਨ ਹੋ ਰਿਹਾ ਕਿ ਐਸੀ ਕੀ ਮਜਬੂਰੀਆਂ ਕਿ ਇਹਨਾਂ ਨੂੰ ਸਿਰਸੇ ਵਰਗੇ ਕਰਪਟ ਇਨਸਾਨ ਨੂੰ ਪ੍ਰਧਾਨ ਬਣਾਉਣਾ ਹੈ ਤਾਂ ਤੁਸੀਂ ਯੂਥ ਹੁੰਦੇ ਹੋਏ ਤੇ ਯੂਥ ਕਿਸ ਤਰਫ ਜਾਏਗਾ ਇਸ ਤਰ੍ਹਾਂ ਇੱਦਾਂ ਦੀ ਹਰਕਤਾਂ ਦਿੱਲੀ ਕਮੇਟੀ ਦੇ ਵਿੱਚ ਹੋਏਗੀ ਤਾਂ ਦੇਖੋ ਜੀ ਅੱਜ ਯੂਥ ਦੀ ਜਿਹੜੀ ਇਹਨਾਂ ਨੇ ਪਰਿਭਾਸ਼ਾ ਤੁਸੀਂ ਦੇਖੀ ਹੈ ਕਿ ਇਹਨਾਂ ਦੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਗਰੁੱਪ ਹੈਗਾ ਇਹਨਾਂ ਦਾ ਯੂਥ ਦਾ ਕੀ ਹਾਲ ਹੈ ਅੱਜ ਅਸੀਂ ਪੰਜਾਬ ਤੋਂ ਫੋਟੋਆਂ ਵੇਖਦੇ ਹਾਂ ਪੱਗ ਤੇ ਸਰ ਤੇ ਪੱਗ ਨਹੀਂ ਹੁੰਦੀ ਰੰਨੇ ਮੁੰਨੇ ਹੁੰਦੇ ਆ ਕਹਿੰਦੇ ਜੀ ਅਕਾਲੀ ਦਲ ਜੁਆਇਨ ਕਰ ਲਿਆ ਅਕਾਲੀ ਦਲ ਦੀ ਕੀ ਪਰਿਭਾਸ਼ਾ ਇਹਨਾਂ ਨੂੰ ਪਤਾ ਅਕਾਲੀ ਦਲ ਦੀ ਪਰਿਭਾਸ਼ਾ ਬਹੁਤ ਚੰਗੀ ਸੀਗੀ ਜਦ ਦੇ ਬਾਦਲ ਪਾਰਟੀ ਅੱਜ ਅਕਾਲੀ ਦਲ ਦੇ ਉੱਤੇ ਕਾਬਿਜ਼ ਹੋਇਆ ਹੈ ਅੱਜ ਅਕਾਲੀ ਦਲ ਦੇ ਕੀ ਹਾਲਾਤ ਨੇ ਪੰਜਾਬ ਤੋਂ ਫੋਟੋਆਂ ਆਉਂਦੀਆਂ ਸਾਨੂੰ ਸ਼ਰਮ ਆਉਂਦੀ ਕਿ ਇੱਕ ਵੀ ਸਰਦਾਰ ਨਹੀਂ ਹੁੰਦਾ ਅਗਰ 50 ਬੰਦੇ ਆ ਤਾਂ ਇੱਕ ਅੱਧਾ ਸਰਦਾਰ ਹੋਏਗਾ ਬਾਕੀ 47 ਬੰਦੇ ਸਾਰੇ ਸਹਿਜਤਾਰੀ ਹੋਣਗੇ ਰੰਨੇ ਪੁੰਨੇ ਹੋਣਗੇ ਤਾਂ ਅਗਰ ਸਰਨਾ ਪਾਰਟੀ ਆਂਦੀ ਹੈ ਅਗਰ ਸੱਤਾ ਵਿੱਚ ਆਂਦੀ ਹੈ ਤਾਂ ਤੁਸੀਂ ਕਿਸ ਤਰ੍ਹਾਂ ਯੂਥ ਨੂੰ ਲੈ ਕੇ ਜਾਓਗੇ ਅੱਗੇ ਕੁਛ ਨਹੀਂ ਹੈਗਾ ਪੂਰੀ ਸਰਨਾ ਪਾਰਟੀ ਸੱਤਾ ਦੇ ਵਿੱਚ ਨਹੀਂ ਸਰਨਾ ਪਾਰਟੀ ਸੇਵਾ ਕਰਨ ਵਾਸਤੇ ਸੱਤਾ ਦੇ ਵਿੱਚ ਤੇ ਇਹੋ ਜਿਹੇ ਬੰਦੇ ਆਉਂਦੇ ਜਿਹੜਾ ਦਿੱਲੀ ਕਮੇਟੀ ਦੇ ਕਾਬਜ਼ ਹੈ ਸਾਡਾ ਸਭ ਤੋਂ ਪਹਿਲੇ ਕੰਮ ਹੋਏਗਾ ਜਿਹੜਾ ਹਸਪਤਾਲ ਕੌਮ ਕੋਲੋਂ ਖੋਇਆ ਗਿਆ ਉਹਨੂੰ ਸੰਗਤ ਦੇ ਹਵਾਲੇ ਕਰਨਾ ਵਾਪਸ ਕੌਮ ਦੇ ਹਵਾਲੇ ਕਰਨਾ ਜਿਹੜੇ ਸਕੂਲ ਦੇ ਹਾਲਾਤ
ਜਿੱਥੋਂ ਸਾਡਾ ਭਵਿੱਖ ਬਣਨਾ ਹੈ, ਸਾਡੇ ਬੱਚਿਆਂ ਨੇ ਪੜ੍ਹਨਾ ਹੈ, ਸਾਡੇ ਬੱਚਿਆਂ ਦਾ ਭਵਿੱਖ ਬਣਨਾ ਹੈ, ਉਹਨਾਂ ਦੇ ਜਿਹੜੇ ਹਾਲਾਤ ਖਰਾਬ ਹੋਏ ਹੈ, ਸਕੂਲਾਂ ਦੀ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਹੈਗੇ, ਸਕੂਲ ਬੰਦ ਹੋਣ ਦੀ ਕਗਾਰ 'ਤੇ ਖੜੇ ਆ, ਉਹਨਾਂ ਨੂੰ ਠੀਕ ਕਰਾਂਗੇ। ਜਿਹੜਾ ਯੂਥ ਹੈ ਜਿਹੜਾ ਅੱਜ ਗਲਤ ਰਾਹੇ ਪੈ ਗਿਆ ਕਾਇਦਲ ਬਾਦਲ ਨਾਲ ਰਲ ਕੇ, ਉਹਨੂੰ ਵਾਪਸ ਸਿੱਖੀ ਵੱਲ ਪ੍ਰੇਰਾਂਗੇ। ਧਰਮ ਪ੍ਰਚਾਰ ਕਰਕੇ ਵਾਪਸ ਸਿੱਖੀ ਵੱਲ ਲੈ ਕੇ ਆਵਾਂਗੇ, ਅਤੇ ਹੋਰ ਵੀ ਜਿਹੜਾ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਯੂਥ ਨੂੰ ਨਾਲ ਮਿਲ ਕੇ ਅੱਗੇ ਕੰਮ ਕਰਾਂਗੇ। ਤਾਂ ਤੁਸੀਂ ਕਹਿ ਰਹੇ ਹੋ ਸਿਰਸਾ ਪਾਰਟੀ ਨੇ ਕੰਮ ਨਹੀਂ ਕੀਤਾ, ਪਰ ਸਿਰਸਾ ਪਾਰਟੀ ਤਾਂ ਬੜਾ ਸ਼ੋਰ ਮਚਾ ਰਹੀ ਹੈ ਕਿ ਅਸੀਂ 2 ਸਾਲ ਕੰਮ ਕੀਤਾ, ਜਦ ਹੀ ਸੰਗਤਾਂ ਨੂੰ ਸੇਵਾ ਬਖਸ਼ੀ ਹੈ। ਸਿਰਫ ਇਲੈਕਸ਼ਨ ਕਰਕੇ। ਅੱਜ ਕੀ ਹੈ, ਇਲੈਕਸ਼ਨਾਂ ਕਰਕੇ ਹੀ ਸਭ ਕੁਝ ਸੀਗਾ। ਇਲੈਕਸ਼ਨਾਂ ਤੋਂ ਪਹਿਲੇ ਸਿਰਸਾ ਸਾਹਿਬ ਨੇ ਬੜਾ ਕੁਝ ਬੋਲਿਆ ਸੀਗਾ, ਅਸੀਂ ਟੀਚਰਾਂ ਨੂੰ ਸੈਲਰੀ ਪੂਰੀ ਦੇ ਰਹੇ ਹਾਂ, ਟਾਈਮ 'ਤੇ ਦੇ ਰਹੇ, ਅੱਗੇ ਵੀ ਦੇਵਾਂਗੇ। ਅੱਜ ਕੀ ਹਾਲਾਤ ਹੈ ਕਿ 3 ਵਾਰ ਇਲੈਕਸ਼ਨਾਂ ਤੋਂ ਤੀਜਾ ਹੋ ਗਿਆ ਕਿ ਇਹਨਾਂ ਨੂੰ ਆਪਣਾ ਸਟਾਫ ਨੂੰ ਪ੍ਰੋਟੈਸਟ ਕਰਕੇ ਤਨਖਾਹ ਲੈਣੀ ਪੈ ਰਹੀ ਹੈ। ਉਸ ਤੋਂ ਬਾਅਦ ਤੁਸੀਂ ਹੋਰ ਦੂਜੀ ਗੱਲ ਦੇਖ ਲਓ, ਸਿਰਸਾ ਸਾਹਿਬ ਦੇ ਕੋਲ ਕੋਈ ਪਾਵਰ ਨਹੀਂ ਹੈ ਕਿਸੇ ਚੀਜ਼ ਨੂੰ ਖਰੀਦਣ ਦੀ। ਦਿੱਲੀ ਕਮੇਟੀ ਸਿਰਫ ਨਾਰਮਲ ਰੂਟੀਨ ਦੇ ਉਹ ਕਾਰਜਕਾਰੀ ਪ੍ਰਧਾਨ ਹੈ, ਜਾਂ ਜਿਹੜੀ ਕਾਲਕਾ ਸਾਹਿਬ ਹੈਗੇ ਆ। ਪਰ ਕਿਸ ਮਕਸਦ ਨਾਲ, ਕਿਉਂ ਤੁਸੀਂ ਲੱਖਾਂ ਰੁਪਏ ਖਰਚ ਕੇ ਦਿੱਲੀ ਕਮੇਟੀ 'ਤੇ ਗੱਡੀਆਂ ਖਰੀਦੀਆਂ? 2 ਗੱਡੀਆਂ ਆਰਟੀਗਾ ਜਿਹੜੀਆਂ ਫੋਟੋਆਂ ਵੀ ਸਾਡੇ ਕੋਲ ਆਈਆਂ, ਉਹ ਤੁਸੀਂ ਗੱਡੀਆਂ ਖਰੀਦੀਆਂ ਕਿਸ ਮਕਸਦ ਲਈ ਖਰੀਦੀਆਂ? ਤੁਹਾਡੇ ਕੋਲ ਪਾਵਰ ਹੈ, ਤੁਸੀਂ ਤਨਖਾਹਾਂ ਦੇ ਨਹੀਂ ਰਹੇ, ਤੁਸੀਂ ਉਹਨਾਂ ਦਾ ਹੱਕ ਮਾਰ ਕੇ 23 ਲੱਖ ਰੁਪਏ, ਲਗਭਗ 23 ਲੱਖ ਰੁਪਏ ਦੀ ਜਿਹੜੀ ਆਸ-ਪਾਸ ਦੀ ਬਿਲਿੰਗ ਹੈ, ਉਹਦੇ ਇਹਨਾਂ ਨੇ 2 ਆਰਟੀਗਾ ਗੱਡੀਆਂ ਖਰੀਦੀਆਂ। ਕਿਉਂ? ਤੁਹਾਡੇ ਕੋਲ ਕੀ ਪਾਵਰ ਹੈ, ਕੀ ਮਕਸਦ ਨਾਲ ਕਿਉਂ ਖਰੀਦੀਆਂ? ਦੱਸੋ। ਤੁਸੀਂ ਤਨਖਾਹ ਤੁਸੀਂ ਟੀਚਰ ਨੂੰ ਦੇ ਨਹੀਂ ਰਹੇ, ਟੀਚਰ ਨੂੰ ਤਨਖਾਹ ਲੈਣ ਵਾਸਤੇ ਤੁਹਾਡੇ ਕੋਲ ਧੱਕੇ ਖਾਣੇ ਪੈ ਰਹੇ ਹੈ, ਹਰਮੀਤ ਸਿੰਘ ਕਾਲਕੇ ਨਾਲ ਮੀਟਿੰਗ ਕਰਨੀ ਪੈ ਰਹੀ ਹੈ। ਅਗਰ ਲੱਖਾਂ ਰੁਪਏ ਖਰਚ ਕਰਨੇ ਹੋਣ ਤਾਂ ਮਨਿੰਦਰ ਸਿੰਘ ਸਿਰਸਾ ਨੂੰ ਬਚਾਉਣਾ ਹੋਏ ਤੇ ਹਰਮੀਤ ਸਿੰਘ ਕਾਲਕਾ, ਬਸ ਇਹਨਾਂ ਦਾ ਹੀ ਕੰਮ ਰਹਿ ਗਿਆ। ਹੋਰ ਇਹਨਾਂ ਦੇ ਅੱਲੇ ਪੱਲੇ ਕੋਈ ਸੇਵਾ ਨਹੀਂ, ਕੋਈ ਕੌਮ ਦੇ ਲਈ ਧਰਮ ਪ੍ਰਚਾਰ ਦਾ ਕੰਮ ਨਹੀਂ, ਕੁਛ ਵੀ ਨਹੀਂ। ਸਿਰਫ ਇਹਨਾਂ ਦਾ ਜਿਹੜਾ ਤੁਸੀਂ ਪੇਪਰ ਚੈੱਕ ਕਰੋਗੇ ਤੇ ਨਿਲ ਬਟਾ ਨਿਲ ਹੈ, 0/0 ਹੀ ਹੈ। ਤਾਂ ਸਿਰਸਾ ਜੀ ਦਾ ਪੇਪਰ 'ਚ ਵੀ ਹਾਰ ਚੁੱਕੇ ਨੇ, ਜਦ ਵੀ ਪ੍ਰਧਾਨ ਜੀ ਇਲੈਕਸ਼ਨ ਪਿੱਛੇ ਲੜ ਰਹੇ ਨੇ, ਤਾਂ ਕਾਲਕਾ ਨੂੰ ਪ੍ਰਧਾਨ ਹੀ ਬਣਾ ਸਕਦੇ ਹੋ? ਸਿਰਸਾ ਸਾਹਿਬ ਹਾਰੇ ਨਹੀਂ ਨੇ, ਹਾਰੇ ਦੇ ਸਿਰਸਾ ਸਾਹਿਬ ਪੇਪਰ ਵਿੱਚ 25 ਅਗਸਤ ਨੂੰ ਹਾਰ ਚੁੱਕੇ ਸੀ। ਪੰਜਾਬੀ ਦੇ ਪੇਪਰ ਦੇ ਵਿੱਚ, ਗੁਰਮੁਖੀ ਦੇ ਪੇਪਰ ਦੇ ਵਿੱਚ ਫੇਲ ਹੋਏ ਹੈ। ਉਹਨਾਂ ਦੇ ਵਿੱਚੋਂ 100 ਵਿੱਚੋਂ 3 ਨੰਬਰ ਨੇ। ਅਤੇ ਉਸ ਤੋਂ ਬਾਅਦ ਵੀ ਮੈਂ ਸਮਝਦਾ ਕਿ ਅਕਾਲੀ ਦਲ ਬਾਦਲ ਦੇ ਕੋਲ ਕੋਈ ਐਸਾ ਚਿਹਰਾ ਨਹੀਂ ਹੈ ਕਿ ਉਹ ਪ੍ਰਧਾਨ ਬਣਾ ਸਕੇ। ਐਸੇ ਕਰਪਟ ਇਨਸਾਨ ਨੂੰ ਹਟਾ ਕੇ, ਜਿਹੜਾ ਗੁਰਮੁਖੀ ਦੇ ਵਿੱਚ ਫੇਲ ਹੋ ਗਿਆ, ਉਹ ਵੀ ਆਪਣੇ ਮਤਲਬ ਦੇ ਜਿਹੜੀ ਚਿੱਠੀ ਵੀ ਲਿਖਣੀ, ਤੁਸੀਂ ਚਿੱਠੀ ਵੀ ਵੇਖੀ ਹੋਣੀ ਜਿਹੜੀ ਆਈ ਆ, ਆਪਣੇ ਮਤਲਬ ਦੀ ਚਿੱਠੀ। ਅੱਜ ਤੇ ਅਗਰ ਤੁਸੀਂ ਇਸੇ 10-11 ਸਾਲ ਦੇ ਬੱਚੇ ਨੂੰ ਕਹਿੰਦੇ ਪੰਜਾਬੀ 'ਚ ਨਾਮ ਲਿਖਦੇ ਤਾਂ ਉਹ ਵੀ ਲਿਖ ਕੇ ਦਿਖਾ ਦੇ, ਇਹਦੇ ਕੋਲੋਂ ਤਾਂ ਨਾਮ ਨਹੀਂ ਲਿਖਿਆ ਗਿਆ ਡਾਇਰੈਕਟਰ ਦਾ ਢੰਗ ਨਾਲ, ਤਾਂ ਹੋਰ ਕਿੱਥੇ ਜਾਏਗਾ? ਹੋਰ ਕਿੱਥੇ ਸਟੈਂਡ ਕਰੇਗਾ? ਫਿਰ ਸ਼੍ਰੋਮਣੀ ਕਮੇਟੀ ਕਹਿੰਦੀ ਹੈ ਜੀ ਅਸੀਂ ਰਾਗੀ ਢਾਡੀ ਨਹੀਂ ਭੇਜ ਰਹੇ, ਅਸੀਂ ਪ੍ਰਧਾਨ ਭੇਜ ਰਹੇ ਹਾਂ। ਪ੍ਰਧਾਨ ਅਗਰ ਪ੍ਰਚਾਰਕ ਦੇ ਤੌਰ 'ਤੇ ਕੰਮ ਕਰੇਗਾ ਤਾਂ ਹੀ ਜਿਹੜੀ ਕੌਮ ਦੀ ਚੜ੍ਹਦੀ ਕਲਾ ਹੋਏਗੀ। ਅਗਰ ਇੱਕ ਪ੍ਰਧਾਨ ਕੁਰਸੀ 'ਤੇ ਬੈਠ ਕੇ MLA ਦੇ ਲਈ ਕੰਮ ਕਰੇਗਾ, ਆਪਣੇ ਜਿਹੜੇ ਕੀ ਕਹਿੰਦੇ ਨੇ ਕੌਂਸਲਰ ਲਈ ਕੰਮ ਕਰੇਗਾ, MLA ਟਿਕਟਾਂ ਲੈਣ 'ਤੇ ਕੰਮ ਕਰੇਗਾ, ਅਤੇ ਉਹ ਕਦੀ ਕੌਮ ਦਾ ਪ੍ਰਚਾਰ ਨਹੀਂ ਕਰੇਗਾ, ਉਹ ਸਿਰਫ ਆਪਣੇ MLA ਦੀ ਕੁਰਸੀ ਦਾ ਪ੍ਰਚਾਰ ਕਰੇਗਾ। ਤਾਂ ਤੁਸੀਂ ਕੌਮ ਦੇ ਪ੍ਰਚਾਰ ਦੀ ਗੱਲ ਕੀਤੀ, ਤਾਂ ਸਿਰਸਾ ਸਾਹਿਬ ਬੜੇ ਕਿਸਾਨ ਅੰਦੋਲਨ 'ਚ ਬੜੇ ਜਾ ਕੇ ਕੌਮ ਦੇ ਪ੍ਰਚਾਰ ਕਰਦੇ ਸੀ। ਸਿਰਫ ਤੇ ਸਿਰਫ ਇਲੈਕਸ਼ਨਾਂ ਕਰਕੇ। ਸੇਵਾ ਹਰ ਕਿਸੇ ਨੇ ਕੀਤੀ ਹੈ, ਉੱਥੇ ਕਿਸਾਨਾਂ ਦੀ ਸੇਵਾ ਹਰ ਕਿਸੇ ਨੇ ਕੀਤੀ ਹੈ, ਹਰ ਜਥੇਬੰਦੀ ਨੇ ਉੱਥੇ ਸੇਵਾ ਕੀਤੀ ਹੈ। ਖਾਲਸਾ ਏਡ ਵਾਲੇ ਸੀਗੇ, ਯੂਨਾਈਟਿਡ ਸਿੱਖ ਮਿਸ਼ਨ ਵਾਲੇ ਸੀਗੇ, ਹੇਮਕੁੰਡ ਫਾਊਂਡੇਸ਼ਨ ਵਾਲੇ ਸੀਗੇ, ਹੋਰ ਅਸੀਂ ਵੀ ਉਸ 'ਤੇ ਸਟਾਲ ਲਾਇਆ, ਪਰ ਐਜ਼ ਅ ਸੇਵਾ ਦੇ ਤੌਰ 'ਤੇ ਰੌਲਾ ਨਹੀਂ ਪਾਇਆ ਕਦੀ ਵੀ। ਸਿਰਸਾ ਸਾਹਿਬ ਦਾ ਇੱਕ ਮਕਸਦ ਹੈ, ਕੁਰਸੀ 'ਤੇ ਬੈਠਾਂਗਾ ਤਾਂ ਸੇਵਾ ਕਰਾਂਗਾ, ਕੁਰਸੀ 'ਤੇ ਬੈਠਾਂਗਾ ਤਾਂ ਸੇਵਾ ਨਹੀਂ ਕਰਾਂਗਾ। ਸਿੱਖ ਦੀ ਪਰਿਭਾਸ਼ਾ ਇਹ ਨਹੀਂ ਹੈ। ਅੱਜ ਇੱਕ ਸਿੱਖ ਦੀ ਪਰਿਭਾਸ਼ਾ ਹੈ ਕਿ ਮੈਂ ਸੇਵਾ ਕਰਨੀ ਹੈ, ਚਾਹੇ ਮੇਰੇ ਕੋਲ ਕੁਰਸੀ ਹੈ ਕਿ ਨਹੀਂ ਹੈ। ਸੇਵਾ ਕੁਰਸੀ ਦੇ ਬਗੈਰ ਵੀ ਹੋ ਸਕਦੀ ਹੈ, ਲੇਕਿਨ ਸਿਰਸਾ ਸਾਹਿਬ ਦੀ ਜਿਹੜੀ ਪਰਿਭਾਸ਼ਾ ਉਹ ਹੈਗੀ ਕੁਰਸੀ ਹੋਏਗੀ ਤਾਂ ਸੇਵਾ ਹੋਏਗੀ, ਕੁਰਸੀ ਨਹੀਂ ਹੋਏਗੀ ਤੇ ਮੈਂ ਸੇਵਾ ਨਹੀਂ ਕਰਾਂਗਾ। ਤਾਂ ਇੱਕ ਆਖਰੀ ਸਵਾਲ, ਤੁਸੀਂ ਦਿੱਲੀ ਦੀ ਸਾਧ ਸੰਗਤ ਨੂੰ ਕੀ ਮੈਸੇਜ ਪਹੁੰਚਾਓਗੇ ਆਪਣੇ ਤੋਂ? ਮੈਂ ਸਭ ਤੋਂ ਪਹਿਲੇ ਤਾਂ ਦਿੱਲੀ ਦੀ ਸੰਗਤ ਦਾ ਧੰਨਵਾਦ ਕਰਾਂਗਾ ਕਿ ਜਿਨ੍ਹਾਂ ਨੇ ਪੰਜਾਬੀ ਬਾਗ ਦੀ ਸਿੱਖ ਸੰਗਤ ਦਾ ਖਾਸ ਕਰਕੇ, ਕਿ ਜਿਨ੍ਹਾਂ ਨੇ ਐਸੇ ਕਰਪਟ ਇਨਸਾਨ ਨੂੰ ਕੁਰਸੀ ਤੋਂ ਲਾਇਆ ਅਤੇ ਇੱਕ ਚੰਗੇ ਜਿਹੜੇ ਧਾਰਮਿਕ ਸੋਚ ਵਾਲੇ ਇਨਸਾਨ ਨੇ ਸਰਦਾਰ ਹਰਵਿੰਦਰ ਸਿੰਘ ਸਰਨਾ ਜੀ ਨੂੰ ਉੱਥੋਂ ਜਿਤਾਇਆ। ਅਤੇ ਨਾਲ ਹੀ ਮੈਂ ਸੰਗਤ ਨੂੰ ਮੈਸੇਜ ਇਹ ਦੇਣਾ ਚਾਹਾਂਗਾ ਕਿ ਸੁਚੇਤ ਰਹੋ। ਇਹ ਬਾਦਲ ਦਲ ਕਦੀ ਵੀ ਕੌਮ ਦਾ ਨਹੀਂ ਹੋ ਸਕਦਾ, ਕਦੀ ਵੀ ਕਿਸੇ ਦਾ ਨਹੀਂ ਹੋ ਸਕਦਾ। ਇਹ ਕਿਸੇ ਦਾ ਕੌਮ ਦਾ ਕੀ ਕਿਸੇ ਦਾ ਵੀ ਨਹੀਂ ਹੋ ਸਕਦਾ। ਕਿਉਂਕਿ ਇਹਨਾਂ ਨੂੰ ਸਿਰਫ ਕੁਰਸੀ ਨਾਲ ਪਿਆਰ ਹੈ। ਕੁਰਸੀ ਹੋਏਗੀ ਤਾਂ ਤੁਹਾਡਾ। ਅੱਜ ਕੱਲ੍ਹ ਸਿਰਸਾ ਸਾਹਿਬ ਨੇ ਪ੍ਰੋਗਰਾਮ ਕੀਤਾ ਜੀ ਸੰਗਤ ਦਾ, ਜੋ ਉਹਨਾਂ ਨੇ ਉੱਥੇ ਪ੍ਰੋਗਰਾਮ ਕੀਤਾ, ਤੂੰ ਸੰਗਤ ਦਾ ਜਿਹੜਾ ਮੈਂਡੇਟ ਆਇਆ ਉਹਨੂੰ ਤੂੰ ਛੇਕੇ ਟੰਗ ਕੇ ਤੂੰ ਕਰੋੜਾਂ ਰੁਪਏ ਖਰਚ ਕੇ ਦਿੱਲੀ ਕਮੇਟੀ 'ਚ ਵੜਨ ਦੀ ਕੋਸ਼ਿਸ਼ ਕਰ ਰਿਹਾ, ਤਾਂ ਤੈਨੂੰ ਸੰਗਤ ਦੇ ਜਿਹੜਾ ਮੈਂਡੇਟ ਦਿੱਤਾ ਤੁਹਾਨੂੰ ਉਸ 'ਤੇ ਵਿਸ਼ਵਾਸ ਨਹੀਂ ਕਿ ਸੰਗਤ ਨੂੰ ਹੁਣ ਸੰਗਤ ਗਲਤ ਹੋ ਗਈ।
ਤਾਂ ਸੰਗਤ ਗਲਤ ਹੋ ਗਈ ਸੀ, ਆ ਸੰਗਤ ਠੀਕ ਹੋ ਗਈ। ਜਦ ਇਹਨੂੰ ਲੋੜ ਹੋਏਗੀ ਤਾਂ ਸੰਗਤ ਠੀਕ ਹੋ ਜਾਏਗੀ, ਜਦ ਇਹਨੂੰ ਲੋੜ ਹੋਏਗੀ ਸੰਗਤ ਖਰਾਬ ਹੋ ਜਾਏਗੀ। ਜਦ ਇਹਨੂੰ ਸੰਗਤ ਨੇ ਹਰਾ ਦਿੱਤਾ ਤਾਂ ਤੂੰ ਕਰਕੇ ਕਰ ਪਿਆ ਜਾ। ਕੀ ਤੂੰ ਹੰਕਾਰ ਦੇ ਮਾਰਿਆ ਕਰੋੜਾਂ ਰੁਪਏ ਦਿੱਲੀ ਕਮੇਟੀ ਦੇ, ਕਰੋੜਾਂ ਰੁਪਏ ਦਿੱਲੀ ਕਮੇਟੀ ਨੇ ਖਰਚ ਚੁੱਕਿਆ, ਸ਼੍ਰੋਮਣੀ ਕਮੇਟੀ ਨੇ ਖਰਚ ਚੁੱਕਿਆ ਇਹਨੂੰ ਪਹੁੰਚਾਉਣ ਵਾਸਤੇ। ਕਿ ਸੰਗਤ ਦਾ ਫੈਸਲਾ ਤੇਰੇ ਵਾਸਤੇ ਫੈਸਲਾ ਨਹੀਂ ਹੈ, ਮਤਲਬ ਵੀ ਤੂੰ ਆਪਣੇ ਲੋੜ ਵਾਸਤੇ ਸੰਗਤ ਨੂੰ ਵਰਤੇਗਾ। ਫਿਰ ਕੋਈ ਗੱਲ ਆਉਂਦੀ ਕਿ ਇਹਨੇ ਸਿਰਫ ਰਾਜਨੀਤੀ ਕਰਨੀ ਹੈ, ਇਹਦੇ ਵਾਸਤੇ ਰਾਜਨੀਤੀ ਹੀ ਸਭ ਕੁਝ ਹੈ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।